ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਜਗਮੋਹਨ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਸਾਹਿਬ। ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਉਹ ਤਕਰੀਬਨ ਆਪ ਸੰਗਤਾਂ ਨੂੰ ਪੌਣੇ 8 ਵਜੇ ਤੱਕ ਕਥਾ ਦੇ ਨਾਲ ਨਿਹਾਲ ਕਰਨਗੇ। ਜਦ ਤੱਕ ਉਹ ਸਟੇਜ ਤੇ ਆਉਂਦੇ ਆ ਮੈਂ ਇੱਕ ਦੋ ਬੇਨਤੀਆਂ ਕਰਦਾ। ਅੰਮ੍ਰਿਤ ਸੰਚਾਰ 17 ਅਪ੍ਰੈਲ ਨੂੰ ਦਿਨ ਸ਼ਨੀਵਾਰ ਸਵੇਰੇ 8 ਵਜੇ ਇੱਥੇ ਗੁਰੂ ਘਰ ਵਿਖੇ ਹੋਏਗਾ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਲੈਣੀ ਆ ਉਹ ਇੱਥੇ 8 ਵਜੇ ਕੇਸੀ ਇਸ਼ਨਾਨ ਕਰਕੇ ਪਹੁੰਚ ਜਾਣ। ਕਕਾਰ ਗੁਰੂ ਘਰ ਵੱਲੋਂ ਆਪ ਜੀ ਨੂੰ ਮੁਹੱਈਆ ਕਰਵਾਏ ਜਾਣਗੇ। ਤੇ 18 ਤਰੀਕ ਨੂੰ ਜਿੱਦਣ ਸੰਡੇ ਨੂੰ ਅਖੀਰਲਾ ਦਵਾਨਾ ਉਦਣ ਗੁਰੂ ਘਰ ਦੀ ਹਦੂਦ ਦੇ ਅੰਦਰ ਕੋਈ ਵੀ ਸਟਾਲ ਜਾਂ ਬਾਹਰ ਕਿਸੇ ਜਗ੍ਹਾ ਦੇ ਉੱਤੇ ਕੋਈ ਵੀ ਸਟਾਲ ਨਹੀਂ ਲੱਗੇਗਾ। ਤੇ ਕੱਲ੍ਹ ਨੂੰ ਸਵੇਰੇ 7 ਵਜੇ ਆਸਾ ਦੀ ਵਾਰ ਇੱਥੇ ਲੱਗੇਗੀ। ਇਸੇ ਹਾਲ ਦੇ ਵਿੱਚ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਆਪ ਜੀ ਨੂੰ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਇੱਕ ਦੋ ਹੋਰ ਬੇਨਤੀਆਂ ਮੈਂ ਬਾਅਦ ਵਿੱਚ ਕਰਾਂਗਾ। ਆਓ ਸੁਣੀਏ ਕਥਾ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਵਹਿ ਪ੍ਰਗਟਿਓ ਮਰਦ ਅਗੰਮੜਾ। ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਚੀ ਲਿਵੈ ਬਿਨ ਦੇਹ ਨਿਮਾਣੀ। ਦੇਹ ਨਿਮਾਣੀ ਲਿਵੈ ਬਾਝੋ। ਕਿਆ ਕਰੇ ਵਿਚਾਰੀਆ। ਸਾਚੀ ਲਿਵੈ ਬਿਨ ਦੇਹ ਨਿਮਾਣੀ। ਦੇਹ ਨਿਮਾਣੀ ਲਿਵੈ ਬਾਝੋ। ਕਿਆ ਕਰੇ ਵਿਚਾਰੀਆ। ਤੁਧ ਬਾਝ ਸਮਰੱਥ ਕੋਇ ਨਾਹੀ। ਕਿਰਪਾ ਕਰ ਬਨਵਾਰੀਆ। ਏਸਨੋ ਹੋਰ ਥਾਉ ਨਾਹੀ। ਸ਼ਬਦ ਲਾਗ ਸਵਾਰੀਆ। ਕਹੇ ਨਾਨਕ ਲਿਵੈ ਬਾਝੋ। ਕਿਆ ਕਰੇ ਵਿਚਾਰੀਆ। ਕਹੇ ਨਾਨਕ ਲਿਵੈ ਬਾਝੋ। ਕਿਆ ਕਰੇ ਵਿਚਾਰੀਆ। ਸਤਿਗੁਰੂ ਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰੂ ਗੋਦ ਵਿੱਚ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਸਾਲਾਨਾ ਮਹਾਨ ਗੁਰਮਤਿ ਸਮਾਗਮ ਵੈਸਾਖੀ ਖਾਲਸਾ ਸਾਜਨ ਦਿਵਸ ਦੇ ਸਬੰਧ ਦੇ ਵਿੱਚ ਆਪਾਂ ਸਾਰੇ ਸੰਗਤ ਰੂਪ ਵਿੱਚ ਇਕੱਤਰ ਹੋਏ ਹਾਂ। ਸੋ ਆਓ ਕੁਝ ਕਹਿਣ ਅਤੇ ਕੁਝ ਸੁਣਨ ਤੋਂ ਪਹਿਲਾਂ
ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਗੱਜ ਵੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਤੋ ਲੜੀਵਾਰ ਵਿਚਾਰ ਸ਼੍ਰੀ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚੋਂ ਜੋ ਨਿਕਲੇ ਹੋਏ ਆਤਮਿਕ ਬੋਲ ਮਨੁੱਖਾ ਜੀਵਨ ਨੂੰ ਉੱਚਾ ਚੁੱਕਦੇ ਨੇ। ਜੇ ਗੁਰੂ ਨਾਨਕ ਦੇ ਮਹਾਰਾਜ ਆਏ ਤਾਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲੋਂ ਮਨੁੱਖ ਦਾ ਜਿਹੜਾ ਆਚਰਣ ਸੀ, ਜਿਹਨੂੰ ਕਰੈਕਟਰ ਕਹਿੰਦੇ ਆ, ਉਹਨੂੰ ਉੱਚੀਆਂ ਚੁੱਕਿਆ। ਤੇ ਜਿਸ ਸਮੇਂ ਗੁਰਿਆਈ ਦਾ ਮੱਧ ਲੱਗਿਆ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਏ ਤਾਂ ਉਸ ਵਕਤ ਗੁਰੂ ਸਾਹਿਬ ਜੀ ਨੇ ਸਾਨੂੰ ਗੁਰਬਾਣੀ ਦੀ ਵੀ ਬਖਸ਼ਿਸ਼ ਕੀਤੀ ਤੇ ਗੁਰੂ ਸਾਹਿਬ ਜੀ ਨੇ ਕੁਰਬਾਨੀ ਕਿਸ ਤਰ੍ਹਾਂ ਕਰਨੀ ਹੈ ਇਹ ਵੀ ਗੁਰੂ ਸਾਹਿਬ ਜੀ ਸਾਨੂੰ ਸਿਖਾ ਕੇ ਗਏ ਨੇ। ਤੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਗੱਲ ਗੁਰਬਾਣੀ ਦੀ ਤੇ ਉੱਥੇ ਨਾਲ ਕੁਰਬਾਨੀ ਦੀ ਕੀਤੀ, ਕਿਉਂਕਿ ਮਨੁੱਖ ਦੇ ਜਨਮ ਤੇ ਅੰਤ ਦੇ ਵਿਚਾਲੇ ਇੱਕ ਹੈ ਜੀਵਨ, ਜਿਹੜੀ ਖਾਲੀ ਜਗ੍ਹਾ ਹੈ ਉਹਨੂੰ ਭਰਨਾ ਕਿੱਦਾਂ, ਭਾਵ ਉਹਨੂੰ ਵਧੀਆ ਢੰਗ ਦੇ ਨਾਲ ਜਿਉਣਾ ਕਿਵੇਂ ਹੈ, ਇਹ ਸਿੱਖਿਆ ਸਾਨੂੰ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਮਿਲਦੀ ਹੈ। ਜਿਹੜੇ ਅੱਜ ਦੇ ਬਚਨ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ, ਕਿਉਂਕਿ ਮੇਰੇ ਮਨ ਦੀ ਇਹ ਇੱਛਾ ਸੀ ਵੀ ਜਿਹੜਾ ਵੈਸਾਖੀ ਦਾ ਜਿਹੜਾ ਇਤਿਹਾਸ ਹੈ ਨਾ, ਖਾਲਸਾ ਸਾਜਨਾ ਦਿਵਸ ਦਾ, ਉਹ ਲਗਭਗ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੈ। ਰਾਗੀ ਢਾਡੀ ਹੋਰ ਜਿਹੜੇ ਆਉਣਗੇ ਵਿਦਵਾਨ, ਉਹਨਾਂ ਨੇ ਵੀ ਉਹੀ ਤੁਹਾਨੂੰ ਸੁਣਾਉਣਾ ਹੈ। ਪਰ ਜਿਹੜੀ ਗੁਰੂ ਦੇ ਸ਼ਬਦ ਦੀ ਵਿਚਾਰ ਹੈ, ਨਰੋਲ ਜਿਹੜੇ ਬਚਨ ਨੇ ਗੁਰੂ ਦੇ, ਇਹਨੂੰ ਸੁਣਨ ਦਾ ਕਦੀ ਕਦੀ ਜੀਵਨ ਦੇ ਵਿੱਚ ਸਾਨੂੰ ਇਹ ਸੁਭਾਗ ਸਮਾਂ ਮਿਲਦਾ ਹੈ। ਇੱਕ ਹੁੰਦੀ ਹੈ ਕਹਾਣੀ ਤੇ ਇੱਕ ਹੁੰਦੀ ਹੈ ਬਾਣੀ। ਦਰਅਸਲ ਜਿਹੜਾ ਇਤਿਹਾਸ ਹੈ ਉਹ ਬਾਣੀ ਦੇ ਦੁਆਰਾ ਹੀ ਇਤਿਹਾਸ ਬਣਿਆ ਹੈ। ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ, ਜਿਨ੍ਹਾਂ ਨੇ ਬਾਣੀ ਨੂੰ ਜੀਵਨ ਵਿੱਚ ਲਾਗੂ ਕੀਤਾ, ਉਹਨਾਂ ਦਾ ਹੀ ਇਤਿਹਾਸ ਬਣਿਆ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿਹੜੀ ਦੇਹ ਹੈ ਜਿਹੜੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਦੋਂ ਉਹ ਟੁੱਟ ਜਾਂਦੀ ਹੈ ਤੇ ਉਹਦੀ ਹਾਲਤ ਕੀ ਹੈ। ਆਓ ਬਾਣੀ ਨੂੰ ਅਦਬ ਸਤਿਕਾਰ ਦੀ ਬਿਰਤੀ ਦੇ ਨਾਲ ਜਦੋਂ ਵਾਚਾਂਗੇ, ਜਦੋਂ ਸੁਣਾਂਗੇ, ਜਦੋਂ ਸਮਝਾਂਗੇ ਤਾਂ ਫਿਰ ਸਾਨੂੰ ਸਮਝ ਪੈਂਦੀ ਹੈ। ਤੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਚੇ ਲਿਵੈ ਬਿਨ ਦੇਹ ਨਿਮਾਣੀ। ਨਿਮਾਣੀ ਦੇ ਅਰਥ ਹੁੰਦੇ ਨੇ ਨਕਾਰੀ। ਸਾਚੀ ਲਿਵੈ, ਲਿਵ ਤੋਂ ਭਾਵ ਕੀ ਹੈ? ਗੁਰੂ ਨਾਲ ਜੁੜਨਾ। ਜੇ ਜੀਵਨ ਦੇ ਵਿੱਚ ਸੱਚ ਨਹੀਂ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦੇਹ ਭਾਵੇਂ ਬੰਦੇ ਦੀ ਜਿੱਡੀ ਵੱਡੀ ਮਰਜ਼ੀ ਹੋਵੇ, ਦੁਨੀਆ ਦੇ ਵਿੱਚ ਲੋਕ ਬੜੇ ਤਾਕਤਵਰ ਤੋਂ ਤਾਕਤਵਰ ਪਏ ਨੇ। ਲੋਕ ਜਿਮ ਜਾ ਜਾ ਕੇ ਆਪਣੀ ਬਾਡੀ ਬਣਾ ਲੈਂਦੇ ਨੇ, ਚੰਗੀ ਗੱਲ ਹੈ। ਇੱਕ ਹੋਰ ਬੇਨਤੀ ਕਰਾਂ, ਤੁਸੀਂ ਵੇਖੋ ਵੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਗੁਰਬਾਣੀ ਇਹ ਕਹਿੰਦੀ ਹੈ ਵੀ ਤੂੰ ਗਿਣਤੀਆਂ ਮਿਣਤੀਆਂ ਦੇ ਚੱਕਰਾਂ ਵਿੱਚ ਨਹੀਂ ਪੈਣਾ। ਮਾਂ ਜਦੋਂ ਆਪਣੇ ਬੱਚੇ ਨੂੰ ਪਿਆਰ ਕਰਦੀ, ਉਹ ਗਿਣ ਕੇ ਥੋੜ੍ਹੀ ਕਰਦੀ ਹੈ ਵੀ ਮੈਂ ਤੈਨੂੰ 12 ਵਜੇ ਤੱਕ ਇੰਨਾ ਲਾਡ ਲਡਾਇਆ, 12 ਵਜੇ ਤੋਂ ਬਾਅਦ ਇੰਨਾ ਲਡਾਇਆ। ਪਿਆਰ ਦੇ ਵਿੱਚ ਗਿਣਤੀਆਂ ਮਿਣਤੀਆਂ ਤੇ ਹਿਸਾਬ ਕਿਤਾਬ ਨਹੀਂ ਹੁੰਦਾ। ਹਿਸਾਬ ਕਿਤਾਬ ਉੱਥੇ ਹੁੰਦਾ ਜਿੱਥੇ ਪਿਆਰ ਕੋਈ ਨਹੀਂ, ਜਿੱਥੇ ਸਵਾਰਥ ਜੁੜਿਆ ਹੋਇਆ ਹੈ। ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਕਿ ਵੀ ਜਦ ਤੂੰ ਬਾਣੀ ਪੜ੍ਹਨੀ ਹੈ, ਉਦੋਂ ਗੁਰੂ ਨਾਲ ਤੂੰ ਇਹ ਨਹੀਂ ਹਿਸਾਬ ਕਰਨਾ ਕਿ ਸੱਚੇ ਪਾਤਸ਼ਾਹ ਮੈਂ ਅੱਜ ਇੰਨੀ ਬਾਣੀ ਪੜ੍ਹੀ ਹੈ। ਤੇ ਬਾਣੀ ਜਦੋਂ ਤੂੰ ਪੜ੍ਹੇਗਾ, ਜਿਹੜੇ ਗੁਰਬਾਣੀ ਪੜ੍ਹਦੇ ਨੇ ਜਾਂ ਗੁਰਬਾਣੀ ਨੂੰ ਸੁਣਦੇ ਨੇ, ਜੀਵਨ ਵਿੱਚ ਲਾਗੂ ਕਰਦੇ ਨੇ, ਉਹਨਾਂ ਦੇ ਬੋਲਾਂ ਤੋਂ, ਉਹਨਾਂ ਦੇ ਸੁਭਾਅ ਤੋਂ, ਉਹਨਾਂ ਦੇ ਚਿਹਰੇ ਤੋਂ, ਉਹਨਾਂ ਦੀ ਮੁਸਕਰਾਹਟ ਤੋਂ ਪਤਾ ਲੱਗ ਜਾਂਦਾ ਹੈ। ਤੇ ਮੈਂ ਜਿਹੜੀ ਗੱਲ ਕਰਨ ਲੱਗਾ ਸਾਂ ਕਿ ਵੀ ਜਿਹੜਾ ਕੋਈ ਨੌਜਵਾਨ ਮਾਨੋ ਜਿਮ ਜਾਂਦਾ ਹੈ,
ਕਿ ਉਹਨੂੰ ਦੱਸਣ ਦੀ ਲੋੜ ਹੈ ਵੀ ਮੈਂ ਜਿਮ ਜਾਣਾ? ਨਹੀਂ। ਕਿਉਂਕਿ ਉਹਦਾ ਸਰੀਰ, ਉਹਦੇ ਡੌਲੇ, ਉਹਦਾ ਤੁਰਨਾ, ਉਹਦੇ ਨਾਲ ਜਦੋਂ ਹੱਥ ਮਿਲਾਓਗੇ ਨਾ, ਜਦੋਂ ਹੱਥ, ਇਹ ਗੱਲਾਂ ਨਾ ਸਾਨੂੰ ਓਪਰੀਆਂ ਜੀਆਂ ਲੱਗਦੀਆਂ ਸੀ। ਗੁਰੂ ਕੋਲ ਮਨਚਲੀ ਜੀ ਬਿਰਤੀ ਨਾਲ ਬੈਠੇ ਹੁੰਨੇ ਆ, ਕਿਉਂਕਿ ਅਸੀਂ ਗੱਪ ਕਹਾਣੀਆਂ ਸੁਣਨ ਗਿੱਝੇ ਆ। ਜੇ ਤੇ ਇੱਥੇ ਹੁਣ ਗੱਪ ਕਹਾਣੀਆਂ ਮੈਂ ਸੁਣਾਈ ਜਾਵਾਂ, ਬਾਬਾ ਜੀ ਤੁਰੇ ਜਾਂਦੇ ਸਨ, ਪੈਰ ਲੱਗ ਗਿਆ ਕੌੜ ਤੁਮੇ ਨੂੰ ਤੇ ਉਹ ਅੰਬ ਬਣ ਗਏ, ਆਖੋ ਸਤਨਾਮ। ਕਹਿੰਦੇ ਵਾਹ ਜੀ ਵਾਹ, ਇੰਨੇ ਵੱਡੇ ਮਹਾਂਪੁਰਸ਼। ਇਹ ਗੱਲਾਂ ਸਾਨੂੰ ਬਹੁਤ ਚੰਗੀਆਂ ਲੱਗਦੀਆਂ, ਪਰ ਜਿਹੜੀ ਸਚਾਈ ਹੈ ਨਾ, ਸਚਾਈ ਨੂੰ ਸੁਣਨਾ ਬੜਾ ਮੁਸ਼ਕਲ ਹੈ ਤੇ ਸਚਾਈ ਸੁਣਾਉਣੀ ਵੀ ਬੜੀ ਮੁਸ਼ਕਲ ਹੈ। ਮੈਂ ਬੇਨਤੀ ਕਰ ਲੱਗਾ ਸਾਂ ਵੀ ਜਿਹੜਾ ਤਾਕਤਵਰ ਬੰਦਾ ਹੈ ਤੇ ਜਾਂ ਜਿਹੜਾ ਮਿਹਨਤ ਕਰਦਾ ਹੈ, ਕੋਈ ਮਕੈਨਿਕ ਕਹਿ ਲਓ, ਚਲੋ ਜਿਹੜਾ ਮਕੈਨਿਕ ਬੰਦਾ ਹੈ, ਕੰਮ ਕਰਦਾ ਹੈ, ਕਈ ਚਲਾਉਂਦਾ ਹੈ, ਉਹਦੇ ਨਾਲ ਜਦੋਂ ਤੁਸੀਂ ਹੱਥ ਮਿਲਾਓਗੇ ਨਾ, ਹੁਣ ਜਿਹੜਾ ਮੇਰੇ ਵਰਗਾ, ਚਲੋ ਮੈਂ ਤਾਂ ਵਿਹਲਾ ਹੀ ਕਵਾਂ, ਲੋਕ ਕਹਿੰਦੇ ਬਾਬੇ ਵਿਹਲੇ ਰਹਿੰਦੇ, ਬਾਬੇ ਕੜਾਹ ਖਾਣੇ। ਮੈਂ ਤੁਹਾਡੇ ਨਾਲ ਤਾਂ ਚੰਗੇ ਆ, ਮੀਟ ਤਾਂ ਨਹੀਂ ਨਾ ਖਾਂਦੇ, ਕੜਾਹੀ ਖਾਂਦੇ ਆ। ਤੁਸੀਂ ਗਾਈਆਂ ਦੇ ਹੱਡ ਚੱਬਦੇ ਜੇ ਤੇ ਤੁਹਾਨੂੰ ਉਹ ਵੀ ਮਾਫ ਹੈ, ਤੇ ਅਸੀਂ ਜੇ ਕੜਾਹ ਖਾਂਦੇ ਆ ਤੇ ਤੁਸੀਂ ਕਹਿੰਦੇ ਹੋ ਕੜਾਹ ਖਾਣੇ। ਤੇ ਕੜਾਹ ਬਣਦਾ ਕਾਹਦਾ ਹੈ? ਘਿਓ ਪੈਂਦਾ ਵਿੱਚ, ਆਟਾ ਪੈਂਦਾ ਹੈ, ਖੰਡ ਪੈਂਦੀ ਹੈ, ਸਾਰੀਆਂ ਚੀਜ਼ਾਂ ਤੁਹਾਡੇ ਸਾਰਿਆਂ ਦੇ ਘਰ ਵਿੱਚ ਨੇ। ਤੇ ਫਿਰ ਇਸ ਲਈ ਖੈਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਆਪਣੇ ਵਿਸ਼ੇ ਵੱਲ ਆਵਾਂ ਵੀ ਜਿਹੜਾ ਬੰਦਾ ਕੰਮ ਕਰਦਾ ਹੈ, ਮਿਹਨਤ ਕਰਦਾ, ਉਹਦੇ ਹੱਥ ਦੱਸ ਦਿੰਦੇ ਨੇ ਕਿ ਇਹ ਬੰਦਾ ਮਿਹਨਤੀ ਹੈ। ਇਸੇ ਤਰ੍ਹਾਂ ਜਿਹੜਾ ਬੰਦਾ ਬਾਣੀ ਪੜ੍ਹਦਾ ਹੈ, ਉਹਨੂੰ ਮੇਰੇ ਖਿਆਲ 'ਚ ਇਹ ਨਹੀਂ ਕਹਿਣ ਦੀ ਲੋੜ ਕਿ ਸਾਡੇ ਬਾਬਾ ਜੀ ਇੰਨੇ ਪਾਠ ਕਰਦੇ ਹੁੰਦੇ ਸਨ। ਬਹੁਤ ਚੰਗੀ ਗੱਲ ਹੈ, ਪਰ ਤੂੰ ਕਿੰਨੇ ਕਰਦਾ ਹੈ, ਵੀ ਤੂੰ ਕਿੰਨੀ ਬਾਣੀ ਪੜ੍ਹਦਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਸ ਵਕਤ ਉਹ ਜਾਂਦੇ ਸਨ ਨਾ, ਹਰ ਸਾਲ ਜਾਂਦੇ ਸੀ ਉਹ ਵੈਸ਼ਨੋ ਦੇਵੀ ਦੇਵਤਿਆਂ ਦੀਆਂ ਜਾ ਕੇ ਉਹਨਾਂ ਨੇ ਆਰਤੀਆਂ ਕਹਿ ਲਓ, ਜਾ ਕੇ ਘੁੰਗਰੂ ਬਣ ਕੇ ਨੱਚਣਾ, ਵੀ ਜੋ ਕੁਝ ਵੀ ਸੀ। ਬਾਬਾ ਅਮਰਦਾਸ, ਜਦੋਂ ਉਹ ਅਮਰਦਾਸ ਸਨ, ਉਦੋਂ ਉਹਨਾਂ ਦੀ ਜ਼ਿੰਦਗੀ ਅਗਿਆਨਤਾ ਵਾਲੀ ਸੀ। ਕਦੀ ਇਤਿਹਾਸ ਵਿੱਚ ਦੇਖਿਆ ਕਿ ਜਦੋਂ ਉਹ ਗੁਰੂ ਬਣ ਗਏ ਤੇ ਉਦੋਂ ਵੀ ਉਹ ਇਹੀ ਕੁਝ ਕਰਦੇ ਰਹੇ? ਉਸ ਤੋਂ ਬਾਅਦ ਬਿਲਕੁਲ ਨਹੀਂ। ਉਹ ਸੀ ਉਹਨਾਂ ਦਾ ਪਹਿਲਾਂ ਵਾਲਾ ਜੀਵਨ, ਅਗਿਆਨਤਾ ਵਾਲਾ। ਗੁਰੂ ਬਣਨ ਤੋਂ ਬਾਅਦ, ਗੁਰਗੱਦੀ ਦੇ ਉੱਪਰ ਬੈਠਣ ਤੋਂ ਬਾਅਦ ਜਿਹੜਾ ਕਰਮ ਉਹ ਕਰਦੇ ਰਹੇ, ਉਹਦੇ ਖਿਲਾਫ ਤਾਂ ਉਹਨਾਂ ਨੇ ਬਾਣੀ ਵਿੱਚ ਖੁਦ ਦਰਜ ਕਰ ਦਿੱਤਾ। ਜੋ ਕੁਝ ਉਹਨਾਂ ਨੇ ਆਪਣੀ ਨਜ਼ਰ ਦਿਵ ਦ੍ਰਿਸ਼ਟੀ ਨਾਲ ਵੇਖਿਆ, ਉਹ ਤਾਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਕਹਿ ਦਿੱਤਾ ਕਿ ਜੇ ਤੂੰ ਰੱਬ ਨੂੰ, ਜੇ ਤੂੰ ਆਪਣੀ ਗੁਰੂ ਦੀ ਸੋਚ ਦੇ ਵਿੱਚ ਉੱਚਾ ਹੋਣਾ ਚਾਹੁੰਦੇ ਤਾਂ ਕੰਮ ਤੈਨੂੰ ਆ ਕਰਨਾ ਪਏਗਾ। ਹਸਤੀ ਸਿਰ ਜਿਉਂ ਅੰਕਸ ਹੈ, ਐਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਬੀ ਸੇਵ ਕਰੇ। ਹਸਤੀ ਸਿਰ ਜਿਉਂ ਅੰਕਸ ਭਾਵ ਕੁੰਡਾ ਮਹਾਵਤ। ਹਾਥੀ ਦੇ ਉੱਤੇ ਬੈਠੇ, ਉਹਦੇ ਹੱਥ ਵਿੱਚ ਇੱਕ ਲੰਮਾ ਸਰੀਆ ਅੱਗੋਂ ਮੁੜੀ ਹੋਈ ਕੁੰਡੀ ਜੀ ਹੁੰਦੀ ਹੈ, ਉਹਨੂੰ ਕਹਿੰਦੇ ਨੇ ਕੁੰਡਾ। ਹਾਥੀ ਕਿਸੇ ਤੋਂ ਨਹੀਂ ਡਰਦਾ। ਤੇ ਜਦੋਂ ਮਹਾਵਤ ਉਹ ਕੁੰਡਾ ਉਹਦੇ ਥੋੜਾ ਜਿਹਾ ਕੰਨ ਦੇ ਕੋਲੇ ਕਰਦਾ ਨਾ, ਤੇ ਐ ਨਾਲ ਦੀ ਨਾਲ ਸਿੱਧਾ ਤੁਰ ਪੈਂਦਾ ਹੈ। ਮੇਰੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ। ਜਿਵੇਂ ਵਦਾਨ ਐਰਨ ਦੇ ਥੱਲੇ ਆਪਣਾ ਸਿਰ, ਥੋੜੇ ਦੇ ਥੱਲੇ ਜਿਵੇਂ ਵਦਾਨ ਸਿਰ ਦਿੰਦੀ ਹੈ ਨਾ, ਇਹ ਪਾਤਸ਼ਾਹ ਨੇ ਬਾਹਰੋਂ ਪ੍ਰਮਾਣ ਲੈ ਕੇ ਗੱਲ ਅੰਦਰ ਦੀ ਕੀਤੀ ਹੈ। ਇਸੇ ਤਰ੍ਹਾਂ ਤੂੰ ਵੀ ਬੰਦਿਆ ਮਨ ਤਨ ਆਗੈ ਰੱਖ ਕੇ, ਉਬੀ ਦੇ ਅਰਥ ਨੇ ਸਾਵਧਾਨ ਹੋ ਜਾ, ਅੰਦਰੋਂ ਆਪਣੇ ਵਿਕਾਰਾਂ ਦੇ ਵਿੰਗ ਵਲੇਵੇਂ ਤੂੰ ਕੱਢ ਦੇ। ਉਬੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਐ। ਆਪ ਦੇ ਅਰਥ ਨੇ ਹੰਕਾਰ। ਗੁਰੂ ਦੇ ਰਾਹੀਂ ਇਹ ਸਿੱਖਿਆ ਪ੍ਰਾਪਤ ਕਰਕੇ ਆਪਣੇ ਅੰਦਰੋਂ ਹੰਕਾਰ ਜਿਹੜੀ ਆਪਣਤ ਹੈ ਨਾ, ਇਹ ਤੂੰ ਦੂਰ ਕਰ ਦੇ। ਇਹਨਾਂ ਨੂੰ ਸਮਝਣ ਵਾਸਤੇ ਬਚਨਾਂ ਨੂੰ, ਭਗਤ ਕਬੀਰ ਸਾਹਿਬ ਜੀ ਦੇ ਬਚਨਾਂ ਨੂੰ ਸਾਂਝਾ ਕਰਨਾ ਪਏਗਾ। ਕਈ ਦਫਾ ਆਪਨੇ ਸੁਣਿਆ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ, ਪੰਚੋ ਲੜਕਾ ਜਾਰ ਕੇ, ਰਹਿ ਰਾਮ ਲਿਵ ਲਾਗ, ਸਾਚੀ ਲਵੈ ਬਿਨ ਦੇਹ ਨਿਮਾਣੀ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਕੋਈ ਦੁਨੀਆ ਦੇ ਵਿੱਚ ਐਸਾ ਬੰਦਾ, ਗੱਲ ਕਰ ਰਹੇ ਨੇ ਬਾਹਰਲੇ ਘਰ ਦੀ, ਉਦਾਹਰਨ ਲਈ ਹੈ ਬਾਹਰਲੇ ਘਰ ਦੀ, ਪਰ ਆਉਣਗੇ ਅੰਦਰ ਨੂੰ, ਕਿਉਂਕਿ ਆਪਾਂ ਪਿੰਡਾਂ ਤੋਂ ਹੀ ਆਏ ਹਾਂ। ਚਲੋ ਉਹ ਤਾਂ ਹੁਣ ਵੱਖਰੀ ਗੱਲ ਹੈ। ਸਿੰਘ ਤੇ ਕੌਰ ਦੇ ਸਬੰਧ ਵਿੱਚ ਮੈਂ ਵਿਸ਼ਾ ਉਹ ਕੱਲ ਦੇ ਦੀਵਾਨਾਂ ਵਿੱਚ ਬੇਨਤੀ ਕਰਾਂਗਾ। ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤੁਸੀਂ ਵੇਖੋ, ਸਿੰਘ ਤੇ ਕੌਰ ਆਪਣੇ ਨਾਮਾਂ ਦੇ ਨਾਲੋਂ ਉਡਾ ਦਿੱਤੇ। ਜੇ ਕਿਸੇ ਭੈਣ ਦਾ ਵੀਰ ਦਾ ਹੋਵੇ ਨਾ, ਉਹ ਮੱਥੇ ਤਿਉੜੀਆਂ ਨਾ ਪਾਇਓ, ਪ੍ਰਮਾਣ ਸਾਨੂੰ ਦੇਣਾ ਪੈਂਦਾ ਹੈ। ਜਦੋਂ ਆਪਾਂ ਪੰਜਾਬ ਤੋਂ ਆਉਣੇ ਆ, ਨਾਮ ਕੀ ਹੁੰਦਾ ਹੈ? ਗੁਰਮੀਤ ਕੌਰ। ਇੱਥੇ ਆ ਗਏ ਤੇ ਫਿਰ ਕੀ ਬਣ ਗਏ? ਗੁਰਮੀਤ ਰੰਧਾਵਾ। ਜਦੋਂ ਪੰਜਾਬ ਤੋਂ ਆਏ ਸਾਂ, ਨਾਮ ਕੀ ਸੀ? ਮਹਿੰਦਰ ਸਿੰਘ। ਫਿਰ ਮੈਂ ਬੇਨਤੀ ਕਰਦਾ ਵੀ ਕਿਸੇ ਦਾ ਤਾਂ ਨਾਂ ਹੋਣਾ ਹੀ ਆ ਮਹਿੰਦਰ ਸਿੰਘ। ਉਹਨੇ ਕਹਿਣਾ ਲੈ ਬਾਬੇ ਨੇ ਅੱਜ ਮੇਰੀ ਤੇ ਤਵਾ ਲਾਤਾ। ਦਰਅਸਲ ਬਾਣੀ ਹੈ ਨਾ ਜਿਹੜੀ ਸਚਾਈ, ਇਹ ਸਾਨੂੰ ਤਵਾ ਤਾਂ ਲੱਗਦੀ ਹੈ ਵੀ ਅਸੀਂ ਸੱਚ ਕਬੂਲਣ ਨੂੰ ਤਿਆਰ ਨਹੀਂ। ਆਇਆ ਸੀ ਮਹਿੰਦਰ ਸਿੰਘ ਤੇ ਇੱਥੇ ਕੀ ਬਣ ਗਿਆ? ਮਹਿੰਦਰ ਬਰਾੜ। ਕੌਰ ਤੇ ਸਿੰਘ, ਜਿਹੜਾ ਸਿੰਘ ਹੈ ਨਾ, ਸਿੰਘ ਦੇ ਅਰਥ ਹੁੰਦੇ ਨੇ ਬੱਬਰ ਸ਼ੇਰ, ਤੇ ਕੌਰ ਦੇ ਅਰਥ ਹੁੰਦੇ ਨੇ ਸਹਿਜਾਦੀ। ਕੱਲ ਦੇ ਦੀਵਾਨਾਂ ਵਿੱਚ ਆਪਾਂ ਬੇਨਤੀ ਕਰਾਂਗੇ ਜ਼ਰੂਰ ਇਸ ਸੰਬੰਧ ਵਿੱਚ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਐਡੀ ਵੱਡੀ ਬਖਸ਼ਿਸ਼ ਦਿੱਤੀ ਹੈ। ਵੇਖੋ ਲਾਸਟ ਨੇਮ ਤੁਹਾਡੇ ਸਾਰਿਆਂ ਦੇ ਲੱਗੇ ਨੇ। ਹੁਣ ਇਹ ਪੂਛ ਤਾਂ ਲੈਣੀ ਨਹੀਂ, ਇਹ ਤਾਂ ਅਖੀਰ ਤੱਕ ਸ਼ਮਸ਼ਾਨ ਘਾਟ ਤੱਕ ਹੀ ਜਾਊਗੀ। ਪਰ ਫਿਰ ਇਹ ਵੀ ਤਾਂ ਨਹੀਂ ਨਾ ਵੀ ਅਸੀਂ ਗੁਰੂ ਦੀ ਗੱਲ ਲੁਕੋ ਦਈਏ। ਇਹ ਤਾਂ ਨਹੀਂ ਵੀ ਜੇ ਆਪਾਂ ਗੁਰੂ ਦੀ ਗੱਲ ਨਹੀਂ ਮੰਨਦੇ ਤਾਂ ਆਪਾਂ ਗੁਰਮਤਿ ਨੂੰ, ਗੁਰੂ ਦੀ ਗੱਲ ਨੂੰ ਸੰਗਤ ਵਿੱਚ ਨਾ ਰੱਖੀਏ। ਉਹ ਤਾਂ ਸਾਨੂੰ ਰੱਖਣੀ ਪਏਗੀ। ਜੇ ਨਹੀਂ ਰੱਖਾਂਗੇ ਅਸੀਂ ਗੁਰੂ ਦੇ ਦੇਣਦਾਰ ਹਾਂ। ਕਈ ਦਫਾ ਬੜੇ ਸੱਜਣ ਨੇ, ਉਹ ਕਹਿੰਦੇ ਗੁਰਦੁਆਰੇ ਰਹਿੰਦੇ ਭਾਈ ਇਹ ਪੂਜਾ ਦਾ ਧਨ ਖਾਂਦੇ, ਇਹ ਪੂਜਾ ਦਾ ਧਨ ਖਾਂਦੇ। ਇੱਕ ਬੇਨਤੀ ਕਰਾਂ, ਪੂਜਾ ਦਾ ਧਨ ਕੀ ਹੁੰਦਾ? ਹਰ ਇੱਕ ਬੰਦਾ ਪੂਜਾ ਦਾ ਧਨ ਖਾ ਰਿਹਾ ਜਿਹੜਾ ਬੰਦਾ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦਾ। ਹਰ ਇੱਕ ਬੰਦਾ, ਮੰਨ ਲਓ ਤੁਹਾਡੇ ਕੋਲ ਕੋਈ ਗੋਰਾ ਕੰਮ ਕਰਦਾ ਹੈ ਤੇ ਮੇਰਾ ਪੰਜਾਬੀ ਵੀਰ ਉਹਨੂੰ ਪੂਰੇ ਪੈਸੇ ਦਿੰਦਾ ਹੈ, ਪਰ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ, ਪੈਸੇ ਪੂਰੇ ਲੈ ਰਿਹਾ ਹੈ, ਤਾਂ ਇੱਕ ਗੋਰਾ ਵੀ ਪੂਜਾ ਦਾ ਧਨ ਖਾ ਰਿਹਾ ਹੈ। ਹੁਣ ਜੇ ਆਪਾਂ ਕਿਸੇ ਕੋਲ ਕੰਮ ਕਰਦੇ ਹਾਂ, ਜੌਬ ਕਰਦੇ ਹਾਂ, ਉਹ ਆਪਾਂ ਨੂੰ ਪੂਰੀ ਤਨਖਾਹ ਦਿੰਦਾ ਹੈ, ਆਪਣੇ ਤੇ ਪੂਰਾ ਵਿਸ਼ਵਾਸ ਰੱਖਦਾ ਹੈ, ਪਰ ਆਪਾਂ ਪੂਰਾ ਕੰਮ ਨਹੀਂ ਕਰਦੇ, ਵਿੱਚੋਂ ਬੇਈਮਾਨੀ ਕਰਦੇ ਹਾਂ, ਆਪਾਂ ਵੀ ਪੂਜਾ ਦਾ ਧਨ ਹੀ ਖਾ ਰਹੇ ਹਾਂ। ਪਰ ਕੱਲੇ ਬਾਬਿਆਂ ਤੇ ਕਿਉਂ ਗੱਲ ਲਾਗੂ ਹੁੰਦੀ ਹੈ? ਕਿਉਂਕਿ ਬਾਬਾ ਵਿਚਾਰਾ ਇਕੱਲਾ ਹੁੰਦਾ, ਅਗਲਾ ਕਹਿੰਦਾ ਜਦੋਂ ਮਰਜ਼ੀ ਤੋਰ ਦਿਓ। ਇਹ ਤਾਂ ਕਰਕੇ ਇਹ ਆਪਣਿਆਂ ਤੇ ਗੱਲ ਨਹੀਂ ਲਾਗੂ ਹੁੰਦੀ, ਹਕੀਕਤ ਹੈ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਹੈ, ਕਹਿੰਦੇ ਹਸਤੀ ਸਿਰ ਜਿਉ ਅੰਕਸ ਹੈ, ਅਹਿਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੇ ਉਬੀ ਸੇਵ ਕਰੇ। ਮਨ ਤੇ ਤਨ, ਪਹਿਲਾਂ ਗੱਲ ਹੀ ਮਨ ਦੀ ਕੀਤੀ ਹੈ। ਆ ਜਿਹੜੀ ਆਨੰਦ ਸਾਹਿਬ ਦੀ ਬਾਣੀ ਹੈ ਨਾ, ਇਹਦੇ ਵਿੱਚ ਗੱਲ ਮਨ ਤੇ ਆਨੰਦ ਦੀ ਹੋ ਰਹੀ ਹੈ ਸਾਰੀ। ਬੜੀ ਦਫਾ ਇਸ ਬਾਣੀ ਨੂੰ ਆਪਾਂ ਪੜ੍ਹਿਆ ਵੀ ਹੈ, ਸੁਣਿਆ ਵੀ ਹੈ, ਪਰ ਜਦੋਂ ਇਹਦੀ ਵਿਚਾਰ ਨੂੰ ਧਿਆਨ ਦੇ ਨਾਲ ਵਾਚਾਂਗੇ, ਸੁਣਾਂਗੇ, ਤੇ ਫਿਰ ਜਦੋਂ ਫਿਰ ਪਾਠ ਕਰਾਂਗੇ, ਫਿਰ ਵਾਕਈ ਤੁਹਾਨੂੰ ਆਨੰਦ ਆਏਗਾ। ਬੇਨਤੀ ਕਰ ਰਹੇ ਸਾਂ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਐਸਾ ਕੋਈ ਨਾ ਜਨਮਿਓ ਜੋ ਆਪਣੇ ਘਰ ਲਾਵੇ ਆਗ। ਐਸਾ ਦੁਨੀਆ ਵਿੱਚ ਕੋਈ ਨਹੀਂ ਜਿਹੜਾ ਵਧੀਆ ਘਰ ਬਣਾ ਕੇ ਤੇ ਬਾਅਦ ਵਿੱਚ ਤੀਲੀ ਲਾ ਦੇ। ਹੈ ਕੋਈ ਵੀ ਨਹੀਂ, ਐਸਾ ਕੋਈ ਵੀ ਨਹੀਂ। ਪਰ ਇੱਥੇ ਕਿਹੜੇ ਘਰ ਦੀ ਗੱਲ ਹੁੰਦੀ ਹੈ? ਬਾਹਰਲੇ ਘਰ ਦੀ ਨਹੀਂ, ਅੰਦਰਲੇ ਘਰ ਦੀ ਗੱਲ ਹੋ ਰਹੀ ਹੈ। ਭਗਤ ਜੀ ਕਹਿੰਦੇ ਦੁਨੀਆ ਦੇ ਵਿੱਚ ਐਸਾ ਕੋਈ ਨਹੀਂ ਜਿਹੜਾ ਆਪਣੀ ਹਉਮੈ ਨੂੰ ਸਾੜ ਦਵੇ। ਕਬੀਰ ਐਸਾ ਕੋਈ ਨਾ ਜਨਮਿਓ। ਜਨਮਿਓ ਦੇ ਅਰਥ ਨੇ ਉਹਦੇ ਅੰਦਰ ਐਦਾਂ ਦਾ ਕੋਈ ਵੀ ਫੁਰਨਾ ਪੈਦਾ ਹੋ ਜੇ, ਇਹੋ ਜਿਹਾ ਕੋਈ ਟਾਮਾ ਹੋਵੇਗਾ ਜਿਹੜਾ ਆਪਣਤ, ਆਪਣੀ ਹਉਮੈ ਨੂੰ, ਈਗੋ ਨੂੰ, ਹੰਕਾਰ ਨੂੰ ਅੱਗ ਲਾ ਦੇ। ਭਾਵ ਗੁਰੂ ਨੂੰ ਜਦੋਂ ਗੁਰੂ ਕੋਲ ਆਵੇ, ਅੰਦਰੋਂ ਗੁਰੂ ਨੂੰ ਸਮਰਪਿਤ ਹੋ ਜੇ। ਕਿਉਂਕਿ ਗੁਰਦੁਆਰੇ ਦਾ ਅਰਥ ਹੁੰਦਾ ਹੈ ਗੁਰਮਤ ਦ੍ਰਿੜ ਕਰਾਉਣੀ ਤੇ ਮਨਮਤ ਦਾ ਖੰਡਨ ਕਰਨਾ। ਮੱਥਾ ਟੇਕਣ ਤੋਂ ਭਾਵ ਇਹ ਹੁੰਦਾ ਹੈ ਕਿ ਪਾਤਸ਼ਾਹ ਜੀ ਮੈਂ ਤੁਹਾਨੂੰ ਹੁਣ ਸਮਰਪਿਤ ਹੋ ਗਿਆ, ਮੈਂ ਤੁਹਾਡੀ ਹਰ ਇੱਕ ਗੱਲ ਦੇ ਨਾਲ ਹੁਣ ਸਹਿਮਤ ਹਾਂ। ਮੈਂ ਮੱਥਾ ਟੇਕ ਕੇ ਤੁਹਾਡੇ ਨਾਲ ਵਾਅਦਾ ਕੀਤਾ ਹੈ ਕਿ ਤੁਹਾਡੀ ਮੈਂ ਹਰ ਇੱਕ ਗੱਲ ਮੰਨਾਂਗਾ।
ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵੀ ਕਹਿ ਦਿੱਤਾ ਕਿ ਮਤਾ ਇਹ ਸੋਚੀ ਕਿ ਵੀ ਜੇ ਤੂੰ ਲੰਮਾ ਪੈ ਪੈ ਕੇ ਡੰਡੌਤ ਕਰੇਗਾ, ਨਾ ਤੂੰ ਆਵੇ ਵਸ ਬਹੁਤ ਘਿਣਾਵਣੇ, ਨਾ ਤੂੰ ਆਵੇ ਵਸ ਵੇਦ ਪੜਾਵਣੇ। ਕਹਿੰਦੇ ਰੱਬ ਲੰਮਿਆਂ ਪੈਣ ਦੇ ਨਾਲ ਜਾਂ ਬਹੁਤੇ ਘਿਣਾਵਣੇ ਮਿੰਨਤਾਂ ਕਰਨ ਦੇ ਨਾਲ ਜਾਂ ਬਹੁਤਾ ਵੇਦਾਂ ਦਾ ਗਿਆਨ ਹਾਸਲ ਕਰਨ ਦੇ ਨਾਲ ਨਹੀਂ ਮਿਲਦਾ। ਕਹਿੰਦੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਦੋਂ ਤੂੰ ਗੁਰੂ ਨੂੰ ਅੰਦਰੋਂ ਸਮਰਪਿਤ ਹੋਣਾ ਹੈ, ਜਦੋਂ ਅੰਦਰੋਂ। ਤੇ ਪਾਤਸ਼ਾਹ ਕਹਿੰਦੇ ਨੇ ਬਾਣੀ ਦੇ ਵਿੱਚ ਅਪਰਾਧੀ ਦੂਣਾ ਨਿਵੇ। ਤੁਸੀਂ ਵੇਖੋ ਜਦੋਂ ਥਾਣੇ ਦੇ ਵਿੱਚ ਕੋਈ ਮੁਲਜ਼ਮ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਵਕਤ ਉਹਦੀ ਹਾਲਤ ਵੇਖੋ ਤੇ ਉਦੋਂ ਪਹਿਲਾਂ ਵੇਖੋ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਵੇਖੋ ਕਿੱਦਾਂ ਦੀ ਹੁੰਦੀ ਹੈ। ਜਦੋਂ ਉਹਨੂੰ ਥਾਣੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਵਿਚਾਰਾ ਹੱਥ ਜੋੜਦਾ ਹੈ ਕਿ ਨਹੀਂ, ਮੈਂ ਮੁੜ ਕੇ ਦੁਬਾਰਾ ਗਲਤੀ ਨਹੀਂ ਕਰਦਾ। ਕਿ ਮਿੰਨਤਾਂ ਤਰਲੇ ਕਰਨ ਦੇ ਨਾਲ ਜਿਸ ਮੁਲਕ ਵਿੱਚ ਤੁਸੀਂ ਰਹਿੰਦੇ ਹੋ ਕਿ ਇਹ ਇੱਥੋਂ ਦਾ ਕਾਨੂੰਨ ਤੁਹਾਨੂੰ ਮਾਫ ਕਰ ਦੇਗਾ? ਜਿੰਨੀਆਂ ਮਰਜ਼ੀ ਮਿੰਨਤਾਂ ਕਰ ਲਓ। ਇਹਦਾ ਮਤਲਬ ਜਿਹੜਾ ਮਿੰਨਤ ਤਰਲ ਕਰਦਾ ਪਿਆ ਹੈ, ਇਹਦਾ ਮਤਲਬ ਇਹ ਹੈ ਕਿ ਉਹ ਜ਼ਰੂਰ ਅਪਰਾਧੀ ਹੈ। ਅਪਰਾਧੀ ਦੂਣਾ ਨਿਵੈ। ਉਹ ਸਿੱਖਾ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨ ਵਾਲਿਆ। ਫਿਰ ਬੇਨਤੀ ਕਰਾਂ, ਰਾਗੀ ਸਿੰਘ ਬੈਠੇ ਨੇ, ਬੜੇ ਸਤਿਕਾਰਯੋਗ, ਬੜੀ ਕਿਰਪਾ ਗੁਰੂ ਦੀ ਰਹਿਮਤ ਕਿਰਪਾ ਬਖਸ਼ਿਸ਼। ਵੇਖੋ ਆਸਾ ਜੀ ਦੀ ਵਾਰ ਹੈ ਨਾ ਜਿਹੜੀ, 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 22 ਵਾਰਾਂ, ਪਰ 22 ਵਾਰਾਂ ਦੇ ਵਿੱਚੋਂ ਇੱਕ ਵਾਰ ਨੂੰ ਹੀ ਅੰਮ੍ਰਿਤ ਵੇਲੇ ਦਾ ਕੀਰਤਨ ਕਿਉਂ ਬਣਾਇਆ ਗਿਆ? ਉਹ ਹੈ ਆਸਾ ਜੀ ਦੀ ਵਾਰ। ਦਰਅਸਲ ਆਸਾ ਕੀ ਵਾਰ ਦੇ ਵਿੱਚ ਗੁਰੂ ਸਾਹਿਬਾਨ ਨੇ, ਤੁਸੀਂ ਪੜ੍ਹ ਲਓ, ਇੱਕ ਓੰਕਾਰ ਤੋਂ ਲੈ ਕੇ ਬਲਿਹਾਰੀ ਗੁਰ ਆਪਣੇ ਤੋਂ ਲੈ ਕੇ ਅਖੀਰ ਤੱਕ ਜਦੋਂ ਉਹਨੂੰ ਪੜ੍ਹੋਗੇ ਵਿਚਾਰੋਗੇ, ਮੇਰੇ ਗੁਰੂ ਬਾਬਾ ਜੀ ਨੇ ਕੁਝ ਉਹਦੇ ਵਿੱਚ ਬਚਨ ਜਿਹੜੇ ਛੰਤ ਨੇ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਦੇ ਨੇ, ਗੁਰੂ ਅੰਗਦ ਦੇ ਮਹਾਰਾਜ ਦੀ ਬਾਣੀ ਹੈ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਪਰ ਜਦੋਂ ਸਾਰੀ ਬਾਣੀ ਪੜ੍ਹੋਗੇ ਨਾ, ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਐਨ ਵਹਿਮਾਂ ਭਰਮਾਂ ਦੀਆਂ ਧੱਜੀਆਂ ਉਡਾਈਆਂ। ਆਸਾ ਜੀ ਦੀ ਵਾਰ ਨੂੰ ਕੀਰਤਨ ਤਾਂ ਬਣਾਇਆ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨ ਵਾਲਿਆਂ, ਜਿਹੜਾ ਤੂੰ ਕੀਰਤਨ ਸੁਣਿਆ, ਸੁਣਨ ਤੋਂ ਬਾਅਦ ਜਿਹੜੀ ਤੂੰ ਜ਼ਿੰਦਗੀ ਬਤੀਤ ਕਰਨੀ ਹੈ, ਉਹ ਹੁਣ ਤੂੰ ਵਹਿਮਾਂ ਭਰਮਾਂ ਵਾਲੀ ਨਹੀਂ ਕਰਨੀ। ਵਹਿਮ ਭਰਮ ਜ਼ਿੰਦਗੀ ਦੇ ਵਿੱਚੋਂ ਬਿਲਕੁਲ ਤੂੰ ਕੱਢ ਦੀ, ਪਰ ਕੱਢਣ ਨੂੰ ਤਿਆਰ ਨਹੀਂ। ਇੱਕ ਮੈਨੂੰ ਕਹਿੰਦਾ ਬਾਬਾ ਜੀ ਦੀਵਾਲੀ ਦੇ ਨੇੜੇ ਜਾ ਕੇ ਸਰਾਧ ਜੇ ਚੱਲ ਪੈਂਦੇ ਨੇ ਪੰਜਾਬ ਵਿੱਚ, ਮੈਂ ਸੱਚ ਕਹਿੰਦਾ ਮੈਨੂੰ ਉਦੋਂ ਬਹੁਤਾ ਪਤਾ ਨਹੀਂ ਸੀ। ਉਹ ਕਹਿੰਦਾ ਜੀ ਅਸੀਂ ਤੁਹਾਨੂੰ ਛਕਾਉਣਾ, ਕਹਿੰਦੇ ਦੰਦ ਘਸਾਈ ਵੀ ਦਿਆਂਗੇ। ਮੇਰੇ ਕੋਲ ਸਕੂਟਰ ਸੀ ਟੁੱਟਿਆ ਜਾਂ, ਮੈਂ ਦੰਦ ਘਸਾਈ ਦੇ ਨਾਲ ਟਾਇਰ ਘਸਾਈ ਵੀ ਦੇ ਦਿਓ। ਕੱਲੇ ਦੰਦ ਘਸਾਈ ਕਿਉਂ? ਭਾਵ ਸਰਾਧ ਵੀ ਕਰਾਏ ਜਾਂਦੇ ਨੇ। ਇੱਕ ਘਰ ਦੇ ਵਿੱਚ ਨਾ ਗੁਰਸਿੱਖ ਨੌਜਵਾਨ ਸੀ, ਉਹਨੂੰ ਗੁਰਮਤਿ ਦੀ ਸੋਝੀ ਸੀ, ਤੇ ਜਿਹੜੀ ਮਾਤਾ ਸੀ ਨਾ ਉਹਨੂੰ ਗੁਰਮਤਿ ਦੀ ਸੋਝੀ ਨਹੀਂ ਸੀ। ਜੇ ਘਰ ਵਿੱਚ ਇੱਕ ਨੂੰ ਗੁਰਮਤਿ ਦੀ ਸੋਝੀ ਹੋਵੇ, ਦੂਜੇ ਨੂੰ ਨਾ ਹੋਵੇ, ਤਾਂ ਫਿਰ ਸੱਚ ਦੀ ਕੀਮਤ ਕਈ ਦਫਾ ਚੁਕਾਉਣੀ ਵੀ ਪੈਂਦੀ ਹੈ। ਤੇ ਉਹ ਇੱਕ ਦਿਨ ਮਾਤਾ ਕਹਿੰਦੀ, ਪੁੱਤਰ ਤੇਰਾ ਬਾਪੂ ਪਿਛਲੇ ਸਾਲ ਗੁਜ਼ਰ ਗਿਆ ਸੀ, ਸਰਾਧ ਨੇੜੇ ਆਏ ਨੇ ਤੇ ਸਰਾਧਾਂ ਦੇ ਦਿਨ ਚੱਲ ਪਏ ਨੇ। ਵੈਸੇ ਅਸੀਂ ਇਹਨਾਂ ਮੁਲਕਾਂ 'ਚ ਵੀ ਨਹੀਂ ਹਟਦੇ। ਉਹ ਬਾਅਦ ਵਿੱਚ ਪਤਾ ਲੱਗਦਾ ਪ੍ਰਸ਼ਾਦਾ ਛਕਣ ਤੋਂ ਬਾਅਦ, ਕਹਿੰਦੇ ਰੋਟੀ ਤਾਂ ਬਾਪੂ ਦੀ ਖਵਾਈ ਸੀ ਬਾਅਦ ਵਿੱਚ, ਤੇ ਵਿਚਾਰੇ ਨੂੰ ਜਿਉਂਦੇ ਨੂੰ ਖੀਰ ਜੋ ਕੁਝ ਵੀ ਛਕਾਉਣਾ ਕਾਜੂ ਪਾ ਕੇ ਜਿਉਂਦੇ ਨੂੰ ਛਕਾ ਦਿਓ, ਵਿਚਾਰਾ 4 ਦਿਨ ਹੋਰ ਕੱਢ ਤਾਂ ਲਵੇ। ਪਰ ਮਰਨ ਤੋਂ ਬਾਅਦ ਆਪਾਂ ਇਹ ਸਭ ਕੁਝ ਕਿਉਂ ਕਰਦੇ ਹਾਂ? ਇਹ ਜਿਹੜਾ ਬ੍ਰਾਹਮਣੀਕਰਨ ਹੈ ਨਾ, ਇਹ ਲੰਗਰ ਦਾ ਵੀ ਅਸੀਂ ਬ੍ਰਾਹਮਣੀਕਰਨ ਕਰ ਦਿੱਤਾ, ਇਹ ਹਕੀਕਤ ਹੈ। ਪਰ ਉਹ ਕਹਿਣ ਲੱਗੀ, ਪੁੱਤਰ ਸਰਾਧ ਆ ਗਏ ਨੇ, ਇਉਂ ਕਰ ਤੂੰ ਆ ਜਿਹੜਾ ਲੰਗਰ ਪਾਣੀ ਤਿਆਰ ਕੀਤਾ ਹੈ ਨਾ, ਤੇ ਤੂੰ ਕੋਠੇ ਤੇ ਚੜ੍ਹ ਕੇ, ਕਿਉਂਕਿ ਲੋਕ ਐਦਾਂ ਹੀ ਕਰਦੇ ਸਨ ਵੀ ਤੂੰ ਕਾਂ ਕਰੀ ਤੇ ਕਾਂ ਇਕੱਠੇ ਹੋ ਜਾਣਗੇ ਤੇ ਫਿਰ ਇਹ ਸਾਰਾ ਤੂੰ ਕਾਵਾਂ ਨੂੰ ਪਾ ਦੀ। ਉਹ ਵਿਚਾਰਾ ਕੋਠੇ ਤੇ ਚੜ੍ਹ ਗਿਆ ਤੇ ਉਹਨੇ ਜਦੋਂ ਕਾਂ ਜੇ ਕੀਤਾ ਤੇ ਹੁਣ ਕਾਂ ਤਾਂ ਫਿਰ ਕਈ ਆ ਗਏ, 10-15 ਆ ਗਏ। ਇਹ ਕਹਾਣੀ ਹੈ ਸਮਝਾਉਣ ਵਾਸਤੇ। ਜਦੋਂ 10-15 ਆ ਗਏ ਤੇ ਉਹ ਕਹਿੰਦਾ, ਬੇਬੇ ਆਈ ਭੱਜ ਕੇ। ਉਹ ਕਹਿੰਦੀ, ਪੁੱਤ ਮੇਰੇ ਤੋਂ ਨਹੀਂ ਕੋਠੇ ਤੇ ਚੜ੍ਹ ਹੁੰਦਾ। ਕਹਿੰਦਾ, ਨਹੀਂ ਬੇਬੇ ਤੈਨੂੰ ਤਾਂ ਆਉਣਾ ਹੀ ਪਊਗਾ, ਵੀ ਇੱਥੇ ਤਾਂ ਹੁਣ ਕਾਂ ਹੀ ਬਥੇਰੇ ਆ ਗਏ। ਉਹ ਡਿੱਗਦੀ ਢਹਿੰਦੀ ਕੋਠੇ ਤੇ ਚੜ੍ਹ ਗਈ
ਤੇ ਜਿਹੜੇ ਹੁਣ ਕਾਂ ਬੈਠੇ ਸਨ ਬਾਹਾਂ ਸਾਰੇ, ਤੇ ਉਹ ਕਹਿੰਦਾ ਮਾਤਾ ਵਾ ਕਿਹੜੇ ਨੂੰ ਪਾਵਾਂ? ਉਹ ਕਹਿੰਦੀ ਨਹੀਂ ਤੂੰ ਪਾ ਦੇ। ਉਹ ਕਹਿੰਦਾ ਇੱਥੇ ਤਾਂ 15 ਬੈਠੇ ਨੇ, ਇਉਂ ਦੱਸ ਇਹਨਾਂ ਚੋਂ ਬਾਪੂ ਕਿਹੜਾ ਹੈ? ਆਖੋ ਸਤਨਾਮ। ਵੀ ਤੂੰ ਹੁਣ ਦੱਸ ਮੇਰਾ ਪਿਓ ਕਿਹੜਾ ਹੈ, ਮੈਂ ਉਹਨੂੰ ਪਾਵਾਂ ਤਾਂ ਕਿ ਉਹ ਭੁੱਖਾ ਰੱਜ ਤਾਂ ਜਾਵੇ। ਹੁਣ ਬਾਣੀ ਚੋਂ ਸਮਝ ਲਓ ਤੁਸੀਂ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੀਵਤ ਪਿਤਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਨਾ, ਸੋਹਣੇ ਸੋਹਣੇ ਰੁਮਾਲੇ ਸੋਹਣੇ ਚੰਦੋਏ ਚੜਾਉਣੇ ਚਾਹੀਦੇ ਨੇ। ਗੁਰੂ ਸਾਹਿਬ ਨੇ ਸਾਡੇ, ਜੇ ਅਸੀਂ ਬੜੰਡੜ ਕੱਪੜੇ ਪਾਉਣੇ ਆ ਸੋਹਣੇ ਸੋਹਣੇ, ਤਾਂ ਫਿਰ ਗੁਰੂ ਸਾਹਿਬ ਨੂੰ ਵੀ ਸੋਹਣੇ ਵਸਤਰ ਚਾਹੀਦੇ ਨੇ। ਤਾਂ ਫਿਰ ਜਿਸ ਗੁਰੂ ਦਾ ਇੰਨਾ ਬਾਹਰਲੀ ਤੌਰ ਤੇ ਸਤਿਕਾਰ ਕਰਦੇ ਆ, ਤਾਂ ਫਿਰ ਜਦੋਂ ਉਹ ਗੁਰੂ ਆਪਣੀ ਗੱਲ ਤੁਹਾਨੂੰ ਕਹਿੰਦੇ, ਤਾਂ ਫਿਰ ਉਹ ਜਦੋਂ ਗੱਲ ਸੁਣਦੇ ਆ ਉਦੋਂ ਫਿਰ ਅਸੀਂ ਮੱਥੇ ਵੱਟ ਕਿਉਂ ਪਾਉਂਦੇ ਆ? ਜਿਸ ਗੁਰੂ ਨੂੰ ਮੱਥਾ ਟੇਕਦੇ ਆ ਉਹ ਗੁਰੂ ਪਤਾ ਕੀ ਕਹਿ ਰਿਹਾ? ਜੀਵਤ ਪਿਤਰ ਨਾ ਮਾਨੈ ਕੋ ਮੂਏ ਸਰਾਧ ਕਰਾਈ। ਕਹਿੰਦੇ ਜਿਉਂਦੇ ਨੂੰ ਕੋਈ ਨਹੀਂ ਮੰਨਦਾ, ਮਰਨ ਤੋਂ ਬਾਅਦ ਕਹਿੰਦੇ ਸਰਾਧ ਕਰਵਾਏ ਜਾਂਦੇ ਨੇ। ਅਗਲਾ ਬਚਨ ਜੀਵਤ ਪਿਤਰ ਨਾ ਮਾਨੈ ਕੋ ਮੂਏ ਸਰਾਧ ਕਰਾਈ। ਪਿਤਰ ਪੀ ਬਪਰੇ ਕੋ ਕਿਉਂ ਪਾਵੇ ਕਊਆ ਕੂਕਰ ਖਾਹੀ। ਕਊਆ ਕਾਵਾਂ ਨੂੰ ਪਾਉਨੇ ਆ ਨਾ ਆਪਾਂ ਸਰਾਧ। ਅੱਜ ਤੱਕ ਹੈ ਕੋਈ ਇਹੋ ਜਿਹਾ ਪਰਿਵਾਰ, ਤੁਸੀਂ ਤਾਂ ਇਹ ਕੰਮ ਕਰਦੇ ਰਹਿੰਦੇ ਹੋਵੋਗੇ ਕਈ ਤਾਂ, ਵੀ ਅੱਜ ਤੱਕ ਬਾਪੂ ਦਾ ਸਰਾਧ ਕਿਸੇ ਨੇ ਕੁੱਤਿਆਂ ਨੂੰ ਪਾਇਆ? ਇੱਥੇ ਕੁੱਤਾ ਪਤਾ ਕਿਹਨੂੰ ਆਖਿਆ? ਜਿਹੜਾ ਧਰਮ ਦੇ ਨਾਮ ਤੇ ਪੁਜਾਰੀ ਬਣ ਕੇ ਲੋਕਾਂ ਨੂੰ ਠੱਗ ਰਿਹਾ, ਉਹਨੂੰ ਕੁੱਤਾ ਆਖਿਆ, ਕੁੱਤੇ ਨੂੰ ਨਹੀਂ ਆਖਿਆ। ਇੱਥੇ ਕੁੱਤਾ ਆਖਿਆ ਪੁਜਾਰੀ ਨੂੰ। ਤੇ ਕਊਆ ਕੂਕਰ, ਕੂਕਰ ਕੁੱਤਾ, ਕਊਆ ਕਾਂ। ਜਾਂ ਤਾਂ ਆਪਾਂ ਕਾਵਾਂ ਨੂੰ ਪਾਉਨੇ ਆ, ਤੇ ਜਾਂ ਫਿਰ ਜਿਹੜਾ ਬਚਿਆ ਖੁਚਿਆ ਹੁੰਦਾ ਉਹ ਆਪਾਂ ਪੁਜਾਰੀ ਨੂੰ ਕਹਿ ਦਿੰਦੇ ਆ ਵੀ ਤੂੰ ਖਾ ਲਾ। ਤੇ ਉਸ ਪੁਜਾਰੀ ਨੇ ਸਾਡੇ ਉੱਪਰ ਧਰਮ ਦਾ ਸੰਗਲ ਪਾਇਆ ਹੁੰਦਾ, ਜਿਹਦੇ ਵਿੱਚ ਅਸੀਂ ਸਾਰੇ ਜਕੜੇ ਆ। ਹੁਣ ਮੇਰੇ ਨਾਲ ਨਾ ਗੁੱਸੇ ਹੋਇਓ, ਜੇ ਹੋਣਾ ਹੋਇਆ ਤੇ ਜਿਸ ਗੁਰੂ ਤੋਂ ਮੰਗਦੇ ਆ ਨਾ, ਉਹਨੂੰ ਕਹੋ ਸੱਚੇ ਪਾਤਸ਼ਾਹ ਇੰਨੇ ਕਰੜੇ ਬਚਨ, ਅਸੀਂ ਤਾਂ ਇੰਨੇ ਅਖੰਡ ਪਾਠ ਸਭ ਕਰਾ ਲਏ, ਇੰਨੇ ਸਹਿਜ ਪਾਠ ਕਰ ਲਏ, ਜੇ ਪਤਾ ਹੁੰਦਾ ਵੀ ਤੁਸੀਂ ਤਾਂ ਸਾਡੇ ਬਾਪੂਆਂ ਨੂੰ ਵੀ ਨਹੀਂ ਬਖਸ਼ਿਆ, ਤੇ ਹੋ ਸਕਦਾ ਅਸੀਂ ਪਾਠ ਨਾ ਹੀ ਕਰਾਉਂਦੇ। ਇਹ ਹਕੀਕਤ ਹੈ। ਪਰ ਭਗਤ ਜੀ ਕਹਿੰਦੇ ਜੀਵਤ ਪਿਤਰ ਨਾ ਮਾਨੈ ਕੋ ਮੂਏ ਸਰਾਧ ਕਰਾਈ। ਪਿਤਰ ਭੀ ਬਪਰੇ ਕੋ ਕਿਉਂ ਪਾਵੇ ਕਊਆ ਕੂਕਰ ਖਾਈ। ਕਿੰਨੇ ਸਿੱਧੇ ਬਚਨ ਨੇ। ਤੇ ਇਹੀ ਗੱਲ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਐਸਾ ਕੋਈ ਨਾ ਜਨਮਿਓ ਜੋ ਆਪਣੇ ਘਰ ਲਾਵੇ ਆਗ, ਜਿਹੜਾ ਆਪਨਤ ਨੂੰ ਸਾੜ ਦਵੇ। ਪੰਚੋ ਲੜਕੇ ਜਾਰ ਕੈ। ਪੰਜ ਲੜਕੇ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਪੰਜ ਲੜਕੇ ਨੇ। ਕਹਿੰਦੇ ਪੰਚੋਂ ਲੜਕਾ ਜਾਰ ਕਹਿ ਰਹਿ RAM ਲਿਵ ਲਾਗ ਸਾਚੀ ਲਿਵੈ ਬਿਨ ਦੇਹ ਨਿਮਾਣੀ। ਕਹਿੰਦੇ ਜਿਹੜਾ ਆਪਣਤ ਨੂੰ ਸਾੜ ਦਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੇ ਉੱਪਰ ਕਬਜ਼ਾ ਕਰ ਲਵੇ, ਭਾਵ ਇਹਨਾਂ ਨੂੰ ਵਸ ਵਿੱਚ ਕਰ ਲਵੇ, ਕਹਿੰਦੇ ਫਿਰ ਰੱਬ ਦੇ ਨਾਲ ਉਹਦੀ ਲਿਵ ਜੁੜਦੀ ਹੈ। ਲਿਵ ਜੁੜਨ ਤੋਂ ਭਾਵ ਕਿ ਉਹ ਗੁਰਬਾਣੀ ਨੂੰ ਸਮਝਣ ਦੇ ਸਮਰੱਥ ਹੋ ਜਾਂਦਾ ਹੈ। ਲਿਵ ਜੁੜਨ ਤੋਂ ਭਾਵ ਇਹ ਨਹੀਂ ਵੀ ਹੁਣ ਅੱਖਾਂ ਬੰਦ ਕਰ ਲੀਆਂ ਤੇ ਕਿਸੇ ਨੂੰ ਬੁਲਾਉਣਾ ਹੀ ਨਹੀਂ ਹੈ। ਪਿਓ ਬਿਮਾਰ ਹੈ ਤੇ ਉਹਨੂੰ ਦਵਾਈ ਨਹੀਂ ਦੇਣੀ, ਤੇ ਜਦੋਂ ਪਿਓ ਕਵੇ ਪੁੱਤਰਾ ਦਵਾਈ, ਤੇ ਆਪਾਂ ਕਹੀਏ ਨਹੀਂ ਮੇਰੀ ਤਾਂ ਲਿਵ ਜੁੜੀ ਹੋਈ ਹੈ। ਲਿਵ ਜੁੜਨ ਤੋਂ ਭਾਵ ਹੈ ਗੁਰਮਤਿ ਨੂੰ ਸਮਝਣਾ, ਸੱਚ ਨੂੰ ਸਮਝਣਾ, ਗੁਰੂ ਗਿਆਨ ਨੂੰ ਜੀਵਨ ਵਿੱਚ ਲਾਗੂ ਕਰਨਾ। ਜੋ ਗੁਰੂ ਸਾਹਿਬ ਉਪਦੇਸ਼ ਬਖਸ਼ਦੇ ਨੇ ਉਹਦੇ ਆਧਾਰ ਤੇ ਜ਼ਿੰਦਗੀ ਬਤੀਤ ਕਰਨੀ। ਸਤਿਗੁਰੂ ਕਹਿੰਦੇ ਸਾਚੀ ਲਿਵੈ ਬਿਨ ਦੇਹ ਨਿਮਾਣੀ। ਕਹਿੰਦੇ ਸੱਚ ਨੂੰ ਸਮਝੇ ਤੋਂ ਬਿਨਾ ਬੰਦੇ ਦਾ ਜਿੰਨਾ ਵੱਡਾ ਮਰਜੀ ਸਰੀਰ ਭਾਰੀ ਭਰਕਮ ਹੋਵੇ, ਬਲਵਾਨ ਹੋਵੇ, ਤਾਕਤਵਰ ਹੋਵੇ, ਪਰ ਜੇ ਉਹ ਸੱਚ ਦੇ ਨਾਲ ਨਹੀਂ ਜੁੜਿਆ, ਸੱਚ ਨੂੰ ਉਹ ਜੇ ਨਹੀਂ ਸਮਝਦਾ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਦੇਹ ਨਿਕਾਰਾ ਹੈ, ਇਹ ਕਿਸੇ ਵੀ ਕੰਮ ਨਹੀਂ। ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਗੁਰੂ ਪਿਤਾ ਜੀ ਕਹਿੰਦੇ ਨਿਮਾਣੀ ਹੋ ਕੇ, ਭਾਵ ਇਹ ਤੁਰਿਆ ਤਾਂ ਫਿਰਦਾ ਹੈ, ਇਹ ਤੁਰਦਾ ਤਾਂ ਪਿਆ, ਪਰ ਸੱਚ ਨੂੰ ਜੀਵਨ ਵਿੱਚ ਲਾਗੂ ਕਰੇ ਤੋਂ ਬਿਨਾ ਕਹਿੰਦੇ ਇਹ ਬਿਲਕੁਲ ਦੇਹ ਨਿਕਾਰੀ। ਕਿਵੇਂ ਨਿਕਾਰੀ ਹੈ? ਦੇਹ ਨਿਮਾਣੀ ਲਿਵੈ ਬਾਝੋਂ।
ਪਰਮਾਤਮਾ ਦੀ ਹੋਂਦ ਨੂੰ ਸਮਝੇ ਤੋਂ ਬਿਨਾ ਕਹਿੰਦੇ ਕਿਆ ਕਰੇ ਵਿਚਾਰੀਆ, ਕਹਿੰਦੇ ਫਿਰ ਤੂੰ ਕੀ ਕਰ ਲੇਂਗਾ। ਫਿਰ ਇਹ ਮਨੁੱਖਾ ਜਨਮ ਤੇਰਾ ਸਫਲ ਨਹੀਂ। ਗੁਰੂ ਸਾਹਿਬ ਆਪ ਹੀ ਸਵਾਲ ਕਰਦੇ ਨੇ ਤੇ ਅਗਲੀਆਂ ਪੰਕਤੀਆਂ ਦੇ ਵਿੱਚ ਉਸ ਸਵਾਲ ਨੂੰ ਨਾਲ ਦੀ ਨਾਲ ਹੱਲ ਵੀ ਕਰ ਦਿੰਦੇ ਨੇ, ਬੁਝਾਰਤ ਪਾ ਵੀ ਦਿੰਦੇ ਨੇ ਤੇ ਬੁਝਾਰਤ ਸਮਝਾ ਵੀ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆਂ। ਹੇ ਮੇਰੇ ਮਾਲਕ, ਤੁਧ ਬਾਜ, ਤੁਹਾਡੇ ਤੋਂ ਬਿਨਾ ਦੁਨੀਆ ਦੇ ਵਿੱਚ ਤੁਹਾਡੇ ਜਿੰਨਾ ਸਮਰੱਥ ਕੋਈ ਨਹੀਂ ਹੈ, ਤੁਹਾਡੇ ਜਿੰਨਾ ਕੋਈ ਗੁਣਵਾਨ ਕੋਈ ਨਹੀਂ, ਤੁਹਾਡੇ ਜਿੰਨਾ ਕੋਈ ਸਮਝਦਾਰ ਤੇ ਸੁਗੜ ਕੋਈ ਨਹੀਂ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਕਿਉਂਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਜੇ ਸਾਜਨਾ ਕੀਤੀ, ਤਾਂ ਜਦੋਂ ਉਹ ਖਾਲਸਾ ਪ੍ਰਗਟ ਕੀਤਾ, ਰੋਜ਼ ਤੁਸੀਂ ਇਹ ਬਚਨ ਸੁਣਦੇ ਹੋ ਢਾਡੀ ਸਿੰਘਾਂ ਤੋਂ, ਕਵੀਸਰਾਂ, ਵਿਦਵਾਨਾਂ, ਕਥਾ ਵਾਚਕਾਂ ਤੋਂ, ਕਿ ਖਾਲਸਾ ਅਕਾਲ ਪੁਰਖ ਕੀ ਫੌਜ। ਸਵਾਲ ਪੈਦਾ ਹੁੰਦਾ ਹੈ ਵੀ ਫੌਜ ਤਾਂ ਉਹ ਮੁਲਕ ਰੱਖਦਾ ਜਿਹਨੂੰ ਕਿਸੇ ਦਾ ਡਰ ਹੁੰਦਾ ਹੈ। ਵੀ ਫੌਜ ਕਿਹੜਾ ਮੁਲਕ ਰੱਖਦਾ ਹੈ? ਅਮਰੀਕਾ ਨੇ ਫੌਜ ਰੱਖੀ ਹੈ ਕਿਸ ਵਾਸਤੇ? ਆਪਣੇ ਮੁਲਕ ਦੀ ਰੱਖਿਆ ਵਾਸਤੇ, ਤਾਂ ਕਿ ਦੂਜਾ ਹਮਲਾ ਨਾ ਕਰਦੇ। ਇੰਡੀਆ ਨੇ ਰੱਖੀ ਹੈ ਤਾਂ ਕਿ ਪਾਕਿਸਤਾਨ ਨਾ ਕਰਦੇ। ਪਾਕਿਸਤਾਨ ਵਾਲੇ ਸੋਚਦੇ ਨੇ ਕਿਤੇ ਇੱਧਰ ਵਾਲੇ ਨਾ ਕਰ ਦੇਣ। ਜੇ ਉਹਨਾਂ ਨੇ ਵੀ ਫੌਜ ਰੱਖੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਕਹਿੰਦੇ ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਤਾਂ ਇਹਦਾ ਮਤਲਬ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਡਰ ਹੈ ਕਿਸੇ ਦਾ? ਅਧਿਆਤਮਕ ਬਚਨ ਨੇ, ਜਦੋਂ ਗੁਰਮਤਿ ਨੂੰ ਸਮਝਾਂਗੇ। ਪਰ ਆਪਾਂ ਤਾਂ ਗੁਰੂ ਦੇ ਕੋਲ ਬਹਿ ਕੇ ਮਨ ਮਤ ਦੀ ਗੱਲ ਕਰਦੇ ਰਹੇ। ਇਹ ਹਕੀਕਤ ਹੈ। ਜਿੰਨਾ ਝੂਠ ਬੋਲ ਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਸਕਦਾ ਹੈ, ਜਿੰਨਾ ਝੂਠ ਬੋਲ ਕੇ ਮਾਇਆ ਇਕੱਠੀ ਕੀਤੀ ਜਾ ਸਕਦੀ ਹੈ, ਹਕੀਕਤ ਹੈ ਓਨੀ ਮਾਇਆ ਸੱਚ ਬੋਲ ਕੇ ਨਹੀਂ ਕੀਤੀ ਜਾ ਸਕਦੀ। ਸੱਚ ਬੋਲ ਕੇ ਬੇਨਤੀ ਕਰ ਰਿਹਾ ਸਾਂ ਕਿ ਖਾਲਸਾ ਅਕਾਲ ਪੁਰਖ ਕੀ ਫੌਜ। ਕਹਿੰਦੇ ਖਾਲਸਾ ਅਕਾਲ ਪੁਰਖ ਦੀ ਫੌਜ ਪਤਾ ਕਿਉਂ ਹੈ? ਅਕਾਲ ਪੁਰਖ ਨੂੰ ਨਹੀਂ ਕੋਈ ਫੌਜ ਦੀ ਲੋੜ। ਦਰਅਸਲ ਫੌਜ, ਫੌਜੀ, ਇੱਥੇ ਇੱਕ ਫੌਜੀ ਦੀ ਉਦਾਹਰਨ ਦਿੱਤੀ ਹੈ। ਜਿਵੇਂ ਫੌਜੀ ਦੀ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਉਹਦੇ ਡਿਸਪਲਿਨ ਹੁੰਦਾ ਹੈ, ਉਹ ਭੱਜਦਾ ਹੈ, ਸਵੇਰੇ ਭੱਜਦਾ, ਉੱਠਦਾ ਹੈ, ਤੁਰਦਾ ਤਾਂ ਵੀ ਜੋ ਸਮੇਂ ਦਾ ਬਿਲਕੁਲ ਪਾਬੰਦ ਹੁੰਦਾ ਹੈ। ਇੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਚੌਥੇ ਜਾਮੇ ਵਿੱਚ ਗੱਲ ਕਹਿ ਕੇ ਆਏ। ਜਿਹੜੀ 10ਵੇਂ ਜਾਮੇ ਵਿੱਚ ਕਹੀ ਨਾ, ਉਹ ਚੌਥੇ ਜਾਮੇ ਵਿੱਚ ਪਹਿਲਾਂ ਕਹਿ ਕੇ ਆ ਗਏ। ਰਾਗੀ ਸਿੰਘ ਸ਼ਬਦ ਗਿਆਨ ਕਰਦੇ ਕਈ ਦਫਾ, ਗੁਰ ਸਤ ਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੇ, ਖਾਲਸਾ ਅਕਾਲ ਪੁਰਖ ਕੀ ਫੌਜ। ਭਾਵ ਖਾਲਸਾ ਤਾਂ ਅਕਾਲ ਪੁਰਖ ਦੀ ਫੌਜ ਹੈ ਜੇ ਇਹਦੇ ਵਿੱਚ ਵੀ ਫੌਜੀਆਂ ਵਾਲੇ ਗੁਣ ਹੋਣ। ਜਿਵੇਂ ਇੱਕ ਫੌਜੀ ਦੇ ਵਿੱਚ ਗੁਣ ਹੁੰਦੇ ਨੇ, ਸਮੇਂ ਦਾ ਪਾਬੰਦ ਹੈ, ਆਪਣੇ ਦੇਸ਼ ਧਰਮ ਲਈ ਪਾਬੰਦ ਹੈ। ਗੁਰੂ ਕਿਹਾ ਸਿੱਖਾ ਤੂੰ ਤਾਂ ਅਕਾਲ ਪੁਰਖ ਦੀ ਫੌਜ ਹੈ ਜੇ ਇਹ ਗੱਲਾਂ ਦੇ ਉੱਪਰ ਤੂੰ ਖਰਾ ਉਤਰਦਾ। ਮੇਰੇ ਸਤਿਗੁਰੂ ਜੀ ਕਹਿੰਦੇ ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨ ਵਾਰੀਆ। ਬਨ ਦੇ ਅਰਥ ਹੁੰਦੇ ਨੇ ਜੰਗਲ ਤੇ ਵਾਰੀਆ ਦੇ ਅਰਥ ਹੁੰਦੇ ਨੇ ਮਾਲਕ। ਸੰਸਾਰ ਇੱਕ ਜੰਗਲ ਦੀ ਤਰ੍ਹਾਂ ਤੇ ਸੰਸਾਰ ਰੂਪ ਜੰਗਲ ਦਾ ਬਾਗ ਦਾ ਮਾਲੀ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆਂ। ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆਂ। ਕਹਿ ਨਾਨਕ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਅਖੀਰ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਗਤ ਦੇ ਮਾਲਕ, ਤੈਥੋਂ ਬਿਨਾ ਤੇਰੇ ਵਰਗਾ ਸਮਰੱਥ ਕੋਈ ਨਹੀਂ। ਜਿੱਥੇ ਇਹ ਸਰੀਰ ਸੁਚੱਜੇ ਢੰਗ ਦੇ ਨਾਲ ਪਾਸੇ ਲੱਗ ਸਕੇ, ਕੋਈ ਹੋਰ ਇਹਨੂੰ ਸੁਚੱਜੇ ਚੰਗੇ ਪਾਸੇ ਇਹਨੂੰ ਲਾਉਣ ਦੀ ਸਮਰੱਥਾ ਨਹੀਂ ਰੱਖਦਾ। ਸਿਰਫ ਤੇ ਸਿਰਫ ਤੁਸੀਂ ਹੋ ਜਿਹੜੇ ਸੱਚ ਦੇ ਵੱਲ ਤੁਸੀਂ ਸਾਨੂੰ ਪ੍ਰੇਰਨਾ ਕਰਦੇ ਹੋ।
ਤੇ ਗੁਰੂ ਦੇ ਸ਼ਬਦ ਦੇ ਵਿੱਚ ਲੱਗ ਕੇ ਹੀ ਇਹ ਮਨੁੱਖਾ ਜਨਮ ਹੈ ਜਿਹੜਾ ਇਹ ਸੁਧਰ ਸਕਦਾ ਹੈ। ਤੇ ਅਖੀਰ ਵਿੱਚ ਕਹਿੰਦੇ ਨੇ ਪ੍ਰਭੂ ਦੀ ਚਰਨਾਂ ਦੀ ਪ੍ਰੀਤ ਤੋਂ ਬਿਨਾ, ਉਹਦੇ ਉਪਦੇਸ਼ ਤੋਂ ਬਿਨਾ, ਪਰ ਅਧੀਨ ਮਾਇਆ ਦੇ ਪ੍ਰਭਾਵ ਦੇ ਹੇਠ ਜੋ ਕੁਝ ਵੀ ਇਹ ਕਰਦਾ ਹੈ, ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਨਿਕੰਮੇ ਕੰਮ ਹੀ ਕਰਦਾ ਹੈ। ਬਾਣੀ ਕਹਿ ਰਹੀ ਹੈ, ਜਦੋਂ ਬਾਣੀ ਨੂੰ ਤੁਸੀਂ ਇੱਕ ਇੱਕ ਸ਼ਬਦ, ਇੱਕ ਇੱਕ ਪੰਕਤੀਆਂ ਕਰਕੇ ਵਾਚੋਗੇ, ਪੜੋਗੇ, ਹੋ ਨਹੀਂ ਸਕਦਾ ਕਿ ਜੀਵਨ ਵਿੱਚ ਤਬਦੀਲੀ ਨਾ ਆਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਕਿਰਪਾ ਕਰਨ, ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਬਚਨ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ। ਔਗਣ ਨਾ ਚਿਤਾਰਨੇ, ਭੁੱਲ ਚੁੱਕ ਦੀ क्षमा ਬਖਸ਼ੋ, ਸੀਸ ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀਆਂ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਦੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਕਥਾ ਦੇ ਨਾਲ ਨਿਹਾਲ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਜਗਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਸ ਸਟੇਜ ਤੇ ਆ ਜਾਣ ਤੇ ਉਹ ਆਪ ਜੀ ਨੂੰ ਤਕਰੀਬਨ 9 ਵਜੇ ਤੱਕ ਕੀਰਤਨ ਦੇ ਨਾਲ ਨਿਹਾਲ ਕਰਨਗੇ। ਜਦ ਤੱਕ ਉਹ ਸਟੇਜ ਤੇ ਸੱਜਦੇ ਆ, ਮੈਂ ਇੱਕ ਦੋ ਬੇਨਤੀਆਂ ਕਰਦੇ ਹਾਂ। 14, 15, 16, 17 4 ਦਿਨ ਕੋਵਿਡ ਦੀ ਵੈਕਸੀਨ ਜਿਹੜੀ ਆ ਉਹ ਲੱਗਣੀ ਹੈ ਤੇ ਗੁਰੂ ਘਰ ਦੇ ਵਿੱਚ 4 ਦਿਨ ਤੇ ਆਪ ਜੀ ਨੂੰ ਸਮਾਂ